यही भगवंत मान हथ च फड़ के जिहड़ा प्लैकेट उत्थे बैठा होया सी जदों कैप्टन अमरिंदर दे वेले इस प्रोजैक्ट नूं लागू करन दी गल हुई। उही भगवंत मान विदिन 3 मंथ्स जिहड़ा वो इस दे उत्ते आंदा भी उहनूं वो क्लीयर कर दिंदा और ये कहंदा जी ठीक है मत्तेवाड़ा प्रोजैक्ट जिहड़ा है ये बिल्कुल पंजाब दे भले च। ਜਦੋਂ ਇੰਨਾ ਕੁ ਦਬਾਅ ਬਣਿਆ ਬਹੁਤ ਵੱਡਾ ਇਕੱਠ ਹੋਇਆ ਔਰ ਇਹ ਨਜ਼ਰ ਆ ਗਿਆ ਕੇਜਰੀਵਾਲ ਜਾਂ ਦੂਜੇ ਨੂੰ ਕਿ ਭਾਈ ਅਜੇ ਤਾਂ ਪਹਿਲਾਂ ਹੀ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਜਿਹੜਾ ਖੂਨ ਹੈ ਉਹੀ ਇਹਨਾਂ ਦੇ ਹੱਥਾਂ ਦੇ ਉੱਤੇ ਲੱਗਾ ਹੋਇਆ ਨਜ਼ਰ ਆ ਰਿਹਾ ਲੋਕਾਂ ਨੂੰ ਵੀ ਇਹ ਤਾਂ ਬਿਲਕੁਲ ਉਹਨਾਂ ਨੇ ਬੈਕ ਗੇਅਰ ਮਾਰ ਲਿਆ। ਸਾਡੀਆਂ ਸੀਟਾਂ ਅਸੈਂਬਲੀ ਦੀਆਂ 90 ਤੋਂ ਵੱਧ ਕੇ 120 ਕਿ 25 ਹੋ ਜਾਣੀਆਂ, ਆਬਾਦੀ ਵੱਧ ਰਹੀ ਹੈ ਔਰ ਸੀਟਾਂ ਸਾਡੀਆਂ ਵਧਣੀਆਂ ਨੇ ਔਰ ਇਸ ਲਈ ਸਾਡੀ ਅਸੈਂਬਲੀ ਬਿਲਡਿੰਗ ਤਾਂ ਹੋਣੀ ਛੋਟੀ ਹੈ, 90 ਨੂੰ ਅਕਮੋਡੇਟ ਨਹੀਂ ਕਰਦੀ ਤੇ ਸਾਨੂੰ ਜਿਹੜੀ ਆ ਹੋਰ ਥਾਂ ਦਿਓ ਜਿਹਦੇ ਥੱਲੇ ਕਿ ਅਸੀਂ ਜਿਹੜਾ ਉਸ ਨੂੰ ਐਕਸਟੈਂਡ ਕਰ ਸਕੀਏ, ਇਮਾਰਤ ਬਣਾ ਸਕੀਏ। ਔਰ ਅਮਿਤ ਸ਼ਾਹ ਨੇ ਕਿਹਾ ਜੀ ਠੀਕ ਹੈ ਗ੍ਰਾਂਟਡ। ਭਗਵੰਤ ਮਾਨ ਇਸ ਤੋਂ ਬਾਅਦ ਮੰਗ ਕਰਦਾ ਅਮਿਤ ਸ਼ਾਹ ਨੂੰ ਕਿ ਜੀ ਜੇ ਹਰਿਆਣੇ ਨੂੰ ਦਿੱਤਾ ਜਾਏਗਾ ਤਾਂ ਸਾਨੂੰ ਵੀ ਦਿੱਤਾ ਜਾਏ ਪੰਜਾਬ ਵਿਧਾਨ ਸਭਾ ਦੇ ਲਈ। ਇਹਦਾ ਮਤਲਬ ਇਹ ਹੈ ਵੀ ਆਲਰੇਡੀ ਤੁਸੀਂ ਚੰਡੀਗੜ੍ਹ ਦਾ ਕਲੇਮ ਜਿਹੜਾ ਉਹ ਸਰੈਂਡਰ ਕਰ ਦਿੱਤਾ ਹੈ ਕਿ ਚੰਡੀਗੜ੍ਹ ਦਾ ਮਾਲਕ ਸੈਂਟਰ ਹੈ। ਚੰਡੀਗੜ੍ਹ ਦੇ ਉੱਤੇ ਆਪਣਾ ਕਲੇਮ ਛੱਡਣ ਵਾਲੀ ਗੱਲ ਹੈ। ਤੁਸੀਂ ਮੰਨ ਲਿਆ ਕਿ ਜੀ ਉਹ ਜਿਹੜਾ ਸੈਂਟਰ ਡਿਸਾਈਡ ਕਰੇਗੀ ਵੀ ਉਹਨੇ ਕਿਹਨੂੰ ਕੀ ਦੇਣਾ ਹੈ। व्यूअर्स वेलकम बैक ऑन प्रोग्राम। सो व्यूअर्स गलबात करांगे भारती कब्जे वाले पंजाब के हवाले नाल कि पंजाब के मुख मंत्री भगवंत मान ने भावें मत्तेवाड़ा प्रोजैक्ट रद्द करने का ऐलान किया है पर दूसरे पासे उसने चंडीगढ़ के मुद्दे ते बहुत कमज़ोर स्टैंड लैंदियां इसनूं लगभग सरेंडर ही कर दिता है। सो इस बारे आपां गलबात करन जा रहे हैं। सो असीं चाहांगे कि तुसां इसी तरह बने रहना, देखण सुननी लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो पुराने इंडियन सिस्टम ਦੇ ਵਿੱਚ ਜਿਹਨੂੰ ਆਯੁਰਵੈਦਿਕ ਕਿਹਾ ਜਾਂਦਾ ਹੈ ਉਸ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਦੇ ਕੋਲ ਸੜੇ ਦਾ ਇਲਾਜ ਤਾਂ ਸੀ, ਕੋਈ ਅੰਗ ਸੜ ਗਿਆ ਤੇ ਉਸ ਦੀ ਮਲਮ ਜਾਂ ਦੂਜੀ ਤੀਜੀ, ਲੇਕਿਨ ਜਿਵੇਂ ਅੰਦਰ ਅਪੈਂਡਿਕਸ ਜਿਹਨੂੰ ਅਸੀਂ ਅੱਜ ਕਹਿੰਦੇ ਹਾਂ ਜਾਂ ਦੂਜਾ ਉਸ ਕਿਸਮ ਦਾ ਤਾਂ ਹੈ ਹੀ ਨਹੀਂ ਸੀ। ਸਰਜੀਕਲ ਟੂਲਸ ਤਾਂ ਬਹੁਤ ਬਾਅਦ 'ਚ ਆਏ ਤੇ ਲੋਕ ਉਹ ਇਹ ਕਰਦੇ ਸੀ ਉਹਨਾਂ ਦੇ ਜਦੋਂ ਉਹਨਾਂ ਨੂੰ ਵੈਦਾਂ ਨੂੰ ਸੱਦਿਆ ਜਾਂਦਾ ਸੀ ਕਿ ਵੀ ਜੇ ਉਹ ਤਕਲੀਫ ਨਾਲ ਤੜਫ ਰਿਹਾ ਜਿਹੜਾ ਹੈ ਤੇ ਉਹ ਉਹਦੇ ਪੈਰ ਨੂੰ ਜਿਹੜਾ ਉਹਦੇ ਤੇ ਸੜਦੀ ਕੋਈ ਲੱਕੜ ਲਾ ਦਿੰਦੇ ਸੀ। ਉਹਦੇ ਨਾਲ ਇਹ ਹੁੰਦਾ ਸੀ ਕਿ ਵੀ ਉਹਨੂੰ ਉਹ ਦਰਦ ਭੁੱਲ ਜਾਂਦਾ ਸੀ, ਉਹਨੂੰ ਚੀਕਾਂ ਮਾਰਦਾ ਸੀ, ਉਹਨੂੰ ਉਹ ਬਾਅਦ 'ਚ ਠੀਕ ਕਰ ਦਿੰਦੇ ਸੀ ਵਕਤ ਲਾ ਕੇ। ਸੋ ਮੈਂ ਕਈ ਵਾਰੀ ਇਹ ਦੇਖਦਾ ਹਾਂ ਵੀ ਇਹ ਜੋ ਸਿੱਖਾਂ ਦੇ ਨਾਲ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਹੋ ਰਿਹਾ ਇੱਕ ਪਾਸੇ ਤਾਂ ਲੁੱਟ ਖਸੁੱਟ ਜੇ ਪਿਛਲੇ 3-4 ਮਹੀਨੇ ਦੀ ਗੱਲ ਕਰੀਏ ਕਿ ਵੀ ਕਿਵੇਂ ਇੱਕ ਤੋਂ ਬਾਅਦ ਇੱਕ ਨੀਤੀ ਜਿਹੜੀ ਹੈ ਉਹ ਪੰਜਾਬ ਮਾਰੂ ਹੈ। ਮੈਂ ਬਾਰ-ਬਾਰ ਉਹ ਲਿਸਟ ਨਹੀਂ ਗਿਣਾਵਾਂਗਾ ਕਿਉਂਕਿ ਫਿਰ ਕਰੰਟ ਟੌਪਿਕ ਲਈ ਵਕਤ ਨਹੀਂ ਬਚਦਾ ਹੈ ਕਿ ਵੀ ਇਹ ਭਗਵੰਤ ਮਾਨ ਨੂੰ ਮੋਹਰਾ ਰੱਖ ਕੇ ਅਲਟੀਮੇਟਲੀ ਕੇਜਰੀਵਾਲ ਦੀਆਂ ਨੀਤੀਆਂ ਜਿਹੜਾ ਕੇਜਰੀਵਾਲ ਬਿਲਕੁਲ ਹਿੰਦੂਤਵਾਦੀ ਬੀ ਟੀਮ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਹਰ ਇਸ਼ੂ ਉਹ SYL ਕੈਨਾਲ ਦਾ ਹੋਏ ਉਹ ਅਸੀਂ ਦੇਖਿਆ ਰਾਜ ਸਭਾ ਤੋਂ ਕਿਵੇਂ ਹਿੰਦੂਤਵੀ ਪੈਸੇ ਲੈ ਕੇ ਉਹਨਾਂ ਤੋਂ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਔਰ ਹਰ ਮੁੱਦੇ ਦੇ ਉੱਤੇ ਤੁਹਾਨੂੰ ਕੋਈ ਵੀ ਸਟੈਂਡ ਅਦਰ ਦੈਨ ਕਿ ਜੀ ਅਸੀਂ ਮਹੱਲਾ ਕਲੀਨਿਕ ਬਣਾ ਦਿਆਂਗੇ, ਅਸੀਂ ਸਕੂਲ ਬੜੇ ਵਧੀਆ ਕਰ ਦਿਆਂਗੇ, ਉਹ ਵੀ ਸਾਹਮਣੇ ਆ ਗਿਆ ਕਿ ਭਾਈ ਇੱਕ ਕਿਸਮ ਦਾ ਫਰਾਡ ਹੈ। ਹੁਣ ਇਸ ਸਾਰੇ ਪੀਰੀਅਡ 'ਚ ਜਿਹੜੇ 2 ਪ੍ਰੋਜੈਕਟ 2 ਚੀਜ਼ਾਂ ਸਾਹਮਣੇ ਆਈਆਂ ਕਿ ਕਿਵੇਂ ਇੱਕ ਹੁਣ ਸਿੱਧੂ ਮੂਸੇਵਾਲਾ ਦੀ ਵੀ ਅਸੀਂ ਗੱਲ ਕਰਾਂਗੇ ਕਿ ਆਲਮੋਸਟ 29 ਮਈ ਦਾ ਇਹ ਵਾਕਿਆ ਹੈ ਤੇ ਅੱਜ ਅਸੀਂ ਆਲਮੋਸਟ 11 ਜੁਲਾਈ ਨੂੰ ਗੱਲ ਕਰ ਰਹੇ ਹਾਂ ਔਰ ਉਹਨਾਂ ਦੇ ਪੇਰੈਂਟਸ ਨੇ ਕਿਹਾ ਕਿ ਭਾਈ ਇਹ ਬਿਲਕੁਲ ਕਿਸੇ ਪਾਸੇ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ। ਔਰ ਇਸ ਵੀ ਅਸੀਂ ਦੇਖਦੇ ਹਾਂ ਕਿਵੇਂ 24 ਘੰਟੇ ਪਹਿਲਾਂ ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ ਔਰ ਇਹ ਵਾਕਿਆ ਵਾਪਰਦਾ। ਫਿਰ ਇਸ ਸਾਰੇ ਦੇ ਨਾਲ ਦੇ ਚੱਲਦਿਆਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਮੱਤੇਵਾੜਾ ਜਿਹਨੂੰ ਜਿਹੜਾ ਪ੍ਰੋਜੈਕਟ ਬੇਸ਼ੱਕ ਇਹਦੇ 'ਚ ਕੋਈ ਦੋ ਸ਼ੱਕ ਨਹੀਂ ਨੇ, ਕੋਈ ਦੋ ਰਾਵਾਂ ਨਹੀਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹਨਾਂ ਨੇ ਇਹ ਜਿਹੜਾ ਪ੍ਰੋਜੈਕਟ ਦੇ ਨਾਂ ਥੱਲੇ ਇਹਦੀਆਂ ਜ਼ਮੀਨਾਂ ਖੁਰਦ-ਬੁਰਦ ਕਰਨੀਆਂ ਨੇ ਜਾਂ ਕਰਨੀਆਂ ਸੀ ਜਾਂ ਆਪਣੇ ਯਾਰ ਇੰਡਸਟਰੀਲਿਸਟ ਜਿਹਨਾਂ 'ਚ ਮੈਜੋਰਟੀ ਇਸ ਵੇਲੇ ਹਿੰਦੂ ਇੰਡਸਟਰੀਲਿਸਟ ਹੀ ਨੇ ਉਹਨਾਂ ਦੇ ਹਵਾਲੇ ਕਰਕੇ ਆਲਰੇਡੀ ਜਿਹੜਾ ਗੰਦਾ ਸਤਲੁਜ ਇਹਨੂੰ ਕੀਤਾ ਹੋਇਆ ਜਿਹਦੇ ਬਾਰੇ ਉਹ ਜਿਹੜਾ ਇੱਕ
ਭਗਵੇ ਕੱਪੜਿਆਂ ਵਾਲਾ ਰਾਜ ਸਭਾ 'ਚ ਭੇਜਿਆ ਇਹਨਾਂ ਨੇ ਸੀਚੇਵਾਲ ਕਿ ਜੀ ਉਹ ਬੁੱਢਾ ਨਾਲਾ ਤੇ ਫਲਾਣਾ ਟਿਮਕਾ, ਉਹ ਅਦਾਲਤਾਂ 'ਚ ਵੀ, ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਗਿਆ, ਕੋਈ ਵਾਲੀ ਵਾਰਸ ਨਹੀਂ। ਹੁਣ ਉਹ ਕਹਿੰਦਾ ਜੀ ਮੈਂ ਜਿਹੜਾ ਇਹਨੂੰ ਕਰਵਾਵਾਂਗਾ। ਪਰ ਇਸ ਸਾਰੇ ਦੇ ਉੱਤੇ ਮੱਤੇਵਾੜਾ ਪ੍ਰੋਜੈਕਟ ਤੇ ਸੀਚੇਵਾਲ ਨੇ ਵੀ ਮੂੰਹ ਬੰਦ ਰੱਖਿਆ। ਹੁਣ ਜਦੋਂ ਅਮਰਿੰਦਰ ਨੇ ਇਸ ਸਾਰੇ ਨੂੰ ਇਹ ਟੈਕਸਟਾਈਲ ਪਾਰਕ ਤੇ ਹੈ ਕੀ ਸੀ ਕਿ ਉੱਥੇ ਫੈਕਟਰੀਆਂ ਲਾ ਕੇ ਉਹੀ ਗੰਦਾ ਪਾਣੀ ਜਿਹੜਾ ਆਲਰੇਡੀ ਜ਼ਹਿਰੀਲਾ ਪਾਣੀ ਜਿਹਦੇ ਥੱਲੇ ਉੱਥੇ ਨਾ ਕੋਈ ਜਿਹੜੀ ਸੀ ਲਾਈਫ ਹੈ, ਈਵਨ ਜਿਹੜੇ ਡੰਗਰ ਨੇ, ਮੈਂ 2-4 ਪਿੰਡਾਂ ਦੇ ਹਵਾਲੇ ਨਾਲ ਦੇਖ ਰਿਹਾ ਸੀ ਜਿੱਥੋਂ ਦੀ ਇਹ ਲੰਘਦੇ ਨੇ, ਔਰ ਦੂਜੇ ਨੇ ਉੱਥੇ ਚਮੜੀ ਦੇ ਰੋਗ ਲੋਕਾਂ ਨੂੰ, ਪਿੰਡਾਂ ਦੇ ਪਿੰਡ ਬਿਮਾਰ ਨੇ। ਈਵਨ ਡੰਗਰ ਵੀ ਜੇ ਕਿਤੇ ਗਲਤੀ ਨਾਲ ਉਸ ਪਾਣੀ 'ਚ ਵੜ ਜਾਣ ਤਾਂ ਉਹਨਾਂ ਦੀ ਚਮੜੀ ਜਿਹੜੀ ਹੈ ਔਖੜੀ ਹੁੰਦੀ ਹੈ। ਹੁਣ ਇਹਨਾਂ ਹਾਲਾਤਾਂ 'ਚ ਇਹੀ ਭਗਵੰਤ ਮਾਨ ਹੱਥ 'ਚ ਫੜ ਕੇ ਜਿਹੜਾ ਪਲੈਕੇਟ ਉੱਥੇ ਬੈਠਾ ਹੋਇਆ ਸੀ ਜਦੋਂ ਕੈਪਟਨ ਅਮਰਿੰਦਰ ਦੇ ਵੇਲੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਗੱਲ ਹੋਈ, ਫਾਈਲਾਂ ਕਲੀਅਰ ਕਰ, ਸੈਂਟਰ ਦਾ ਪ੍ਰੋਜੈਕਟ ਸੀ ਜੀ। ਉਹਨਾਂ ਨੇ 7 ਜਿਹੜੇ ਨੇ ਇਸ ਕਿਸਮ ਦੇ ਟੈਕਸਟਾਈਲ ਔਰ ਇੰਡਸਟਰੀਅਲ ਕੇ ਕੀਪ ਜਿਹੜੇ ਨੇ ਉਹ ਬਣਾਉਣੇ ਨੇ, ਉਹਨਾਂ ਦੇ ਪ੍ਰੋਜੈਕਟ ਸੀ, ਔਰ ਇੱਕ ਪੰਜਾਬ ਦੇ ਵਿੱਚ ਹੈ। ਔਰ ਉਹਨਾਂ ਦੀ ਨੀਤੀ ਕੀ ਹੈ? ਉਹ ਜ਼ਾਹਰ ਹੈ ਕਿ ਭਾਈ ਉਹ ਹਿੰਦੂ ਤਵੀਆਂ ਨੂੰ ਆਪਣਾ ਉਹਨਾਂ ਦਾ ਏਜੰਡਾ ਹੁੰਦਾ। ਹੁਣ ਉਹੀ ਭਗਵੰਤ ਮਾਨ ਵਿਦਿਨ 3 ਮੰਥਸ ਜਿਹੜਾ ਉਹ ਇਸ ਦੇ ਉੱਤੇ ਆਉਂਦਾ ਵੀ ਉਹਨੂੰ ਉਹ ਕਲੀਅਰ ਕਰ ਦਿੰਦਾ, ਔਰ ਇਹ ਕਹਿੰਦਾ ਜੀ ਠੀਕ ਹੈ ਮੱਤੇਵਾੜਾ ਪ੍ਰੋਜੈਕਟ ਜਿਹੜਾ ਹੈ ਇਹ ਬਿਲਕੁਲ ਪੰਜਾਬ ਦੇ ਭਲੇ 'ਚ ਔਰ ਫਲਾਣਾ। ਹੁਣ ਮੈਂ ਇਸ ਗੱਲ ਦੀ ਦਾਦ ਦਿੰਦਾ ਪੰਜਾਬ ਦੇ ਲੋਕਾਂ ਨੂੰ, ਔਰ ਖ਼ਾਸ ਤੌਰ 'ਤੇ ਸਾਡੇ ਜਿਹੜੇ ਐਕਟਿਵਿਸਟ ਕਿਸਾਨ ਲਹਿਰ ਤੋਂ ਬਾਅਦ ਜਿਹੜੀ ਪੰਜਾਬ ਦੇ ਵਿੱਚ ਇੱਕ ਚੇਤਨਾ ਆਈ, ਔਰ ਉਹ ਚੇਤਨਾ ਪੋਲੀਟੀਕਲੀ ਵੀ ਬੇਸ਼ੱਕ ਉਹ ਸਰ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਤੋਂ ਜਿੱਤ ਹੈ, ਜਾਂ ਈਵਨ ਸੁਖਪਾਲ ਸਿੰਘ ਖਹਿਰਾ ਜਿਹਨੂੰ ਲੈ ਦੇ ਕੇ ਭਾਵੇਂ ਉਹ ਆਪ ਟਿਕਦਾ ਇੱਕ ਥਾਂ ਨਹੀਂ ਹੈ, ਲੇਕਿਨ ਘੱਟੋ ਘੱਟ ਪੰਜਾਬ ਦੇ ਹਿੱਤਾਂ ਲਈ ਉਹ ਮੁਖਰ ਹੋ ਕੇ ਬੋਲਦਾ ਹੈ। ਔਰ ਉਹ ਕਲਾਈਮੇਟ ਐਨਵਾਇਰਨਮੈਂਟ ਰਿਲੇਟਡ ਜਿਹੜੇ ਸਾਰੇ ਨੇ ਐਕਟਿਵਿਸਟ ਉਹਨਾਂ ਦੀ, ਔਰ ਈਵਨ ਵਿਦਿਆਰਥੀ ਜਥੇਬੰਦੀ 7 ਜਿਸ ਨੇ ਇਸ ਇਸ਼ੂ ਨੂੰ ਵੀ ਉਵੇਂ ਹੀ ਹਾਈਲਾਈਟ ਕੀਤਾ ਜਿਵੇਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਟੇਕ ਓਵਰ ਕਰਨ ਦੀ ਲਾਈਨ ਜਿਹੜੀ ਅਦਾਲਤ ਰਾਹੀਂ ਕਰਵਾਈ, ਉਸ ਨੂੰ ਉਹਨਾਂ ਨੇ ਘੱਟੋ ਘੱਟ ਸਪੀਕਰ ਤੱਕ ਪਹੁੰਚਾਇਆ। ਲੰਗੜਾ ਜਿਹਾ ਮਤਾ ਵੀ ਪੰਜਾਬ ਅਸੈਂਬਲੀ ਨੇ ਪਾਸ ਕੀਤਾ। ਪਰ ਤੁਸੀਂ ਇਹ ਸਾਰਾ ਪਾਰਟ ਦੇਖੋਗੇ ਕਿ ਬਈ ਇੱਕ ਪਾਸੇ ਜਦੋਂ ਇੰਨਾ ਕੁ ਦਬਾਅ ਬਣਿਆ, ਬਹੁਤ ਵੱਡਾ ਇਕੱਠ ਹੋਇਆ, ਔਰ ਇਹ ਨਜ਼ਰ ਆ ਗਿਆ ਕੇਜਰੀਵਾਲ ਜਾਂ ਦੂਜੇ ਨੂੰ ਕਿ ਭਾਈ ਅਜੇ ਤਾਂ ਪਹਿਲਾਂ ਹੀ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਜਿਹੜਾ ਖੂਨ ਹੈ ਉਹੀ ਇਹਨਾਂ ਦੇ ਹੱਥਾਂ ਦੇ ਉੱਤੇ ਲੱਗਾ ਹੋਇਆ ਨਜ਼ਰ ਆ ਰਿਹਾ ਲੋਕਾਂ ਨੂੰ, ਵੀ ਇਹ ਤਾਂ ਬਿਲਕੁਲ ਉਹਨਾਂ ਨੇ ਬੈਕ ਗੇਅਰ ਮਾਰ ਲਿਆ। ਔਰ ਇਹ ਭਗਵੰਤ ਮਾਨ ਨੇ ਜਿਹੜੀ ਲੋਕਾਂ ਨੇ ਪਬਲਿਕ ਐਕਸ਼ਨ ਕਮੇਟੀ ਬਣਾਈ, ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨੇ ਇਹ ਟਵੀਟ ਕੀਤਾ ਕਿ ਮੱਤੇਵਾੜਾ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਟੈਕਸਟਾਈਲ ਪਾਰਕ ਨਹੀਂ ਲੱਗਿਆ। ਦੇਖੋ ਨਾ ਕਿੰਨੇ ਲੁਭਾਵਣੇ ਦਿੱਤੇ ਹੋਏ ਨਜ਼ਰ ਆ ਰਿਹਾ ਵੀ ਕਾਹਦੇ ਲਈ ਉਹਨਾਂ ਨੇ ਉਹਨਾਂ ਦੀਆਂ ਫੈਕਟਰੀਆਂ ਲਵਾ ਕੇ ਉਹੀ ਜਿਹੜਾ ਉਹ ਮਲਕੀਅਤ ਔਰ ਗੰਦਾ ਪਾਣੀ ਦਰਿਆ ਦੇ ਹਵਾਲੇ। ਇਹ ਅੱਜ ਪਹਿਲਾਂ ਆਇਆ ਜੀ ਇਹਦਾ ਕੋਈ ਲਾਗਾ ਦੇਗਾ ਨਹੀਂ ਉਸ ਜੰਗਲ ਨਾਲ, ਇਹ ਤਾਂ ਉਸ ਤੋਂ ਅੱਗੇ ਜਾ ਕੇ ਉੱਪਰ ਭਾਈ ਤੁਹਾਡਾ ਜਿਹੜਾ ਵਾਟਰ ਬੈੱਡ ਵੀ ਹੁੰਦੇ ਨੇ ਦਰਿਆਵਾਂ ਦੇ ਨਾਲ ਮੀਲਾਂ ਤੱਕ, ਔਰ ਉਹਨੂੰ ਕਹਿ ਰਿਹਾ ਜੀ ਇਹ ਮੱਤੇਵਾੜਾ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਟੈਕਸਟਾਈਲ ਪਾਰਕ ਨਹੀਂ ਲੱਗੇਗਾ। ਅੱਜ PAC ਨਾਲ ਮੀਟਿੰਗ ਤੋਂ ਬਾਅਦ ਸਾਡੀ ਸਰਕਾਰ ਨੇ ਇਹ ਫੈਸਲਾ ਲਿਆ। ਸਗੋਂ ਇਹ ਹੀ ਨਹੀਂ, ਕੋਈ ਵੀ ਹੋਰ ਇੰਡਸਟਰੀ ਜੋ ਪਾਣੀ ਗੰਦਲਾ ਕਰਦੀ ਹੋਵੇਗੀ ਉਹ ਦਰਿਆਵਾਂ ਦੇ ਕੰਢੇ ਨਹੀਂ ਲੱਗੇਗੀ। ਪੰਜਾਬ ਦੀ ਧਰਤੀ ਤੇ ਪਾਣੀ ਬਚਾਉਣ ਲਈ ਅਸੀਂ ਵਚਨਬੱਧ ਹਾਂ। ਹੁਣ ਕੋਈ ਪੁੱਛੇ ਕਿ 2 ਹਫ਼ਤੇ ਪਹਿਲਾਂ ਤੱਕ ਜਦੋਂ ਤੁਸੀਂ ਇਹਨੂੰ ਅਪਰੂਵ ਕੀਤਾ ਉਦੋਂ ਤੁਹਾਨੂੰ ਲੱਗਦਾ ਸੀ ਕਿ ਵੀ ਇਹ ਪਾਣੀ ਗੰਦਲਾ ਨਹੀਂ ਕਰੇਗੀ ਦਰਿਆਈ ਪਾਣੀ ਨੂੰ ਜਾਂ ਦੂਜੇ ਨੂੰ? ਇੱਕ ਪਾਸੇ ਤਾਂ ਇਹਨੂੰ ਅਸੀਂ ਜਿਵੇਂ ਸੈਲੀਬ੍ਰੇਟ ਕਰਦੇ ਹਾਂ ਕਿ ਭਾਈ ਲੋਕਾਂ ਦੀ ਤਾਕਤ ਸਾਹਮਣੇ ਇਹਨਾਂ ਨੂੰ ਇਹ ਜਿਹੜਾ ਥੁੱਕਿਆ ਚੱਟਣਾ ਪਿਆ, ਪਰ ਇਸ ਸਾਰੇ ਜਦੋਂ ਅਸੀਂ ਇਹ ਕਿਹਾ ਵੀ ਇੱਕ ਦਰਦ ਹਟਾਉਣ ਲਈ ਉਹ ਦੂਜੀ ਦਰਦ ਦੇਣੀ ਹੁੰਦੀ ਹੈ, ਕਿਉਂਕਿ ਇਸ ਪੀਰੀਅਡ ਦੇ ਵਿੱਚ 2 ਡਿਵੈਲਪਮੈਂਟਸ ਹੋਰ ਹੋਈਆਂ ਜਿਨ੍ਹਾਂ ਤੇ ਥੋੜ੍ਹੀ ਬਹੁਤ ਆਵਾਜ਼ ਉੱਠੀ, ਪਰ ਉਸ ਲੈਵਲ ਤੇ ਨਹੀਂ, ਕਿਉਂਕਿ ਮੱਤੇਵਾੜਾ ਇੰਨਾ ਕੁ ਛਾਇਆ ਗਿਆ। ਪਹਿਲਾਂ ਤਾਂ ਸੀ ਕਿ ਮੱਤੇਵਾੜਾ ਬਚਾਓ, ਹੁਣ ਇਹ ਹੋ ਗਿਆ ਵੀ ਜਿੱਤ ਗਏ ਦੇਖੋ ਜੀ ਸਰਕਾਰ ਨੂੰ ਹੁਕਮ ਵਾਪਸ ਲੈਣ ਤੇ। ਪਰ 2 ਡਿਵੈਲਪਮੈਂਟ ਜਿਹੜੀਆਂ ਖਾਸ ਕਰ ਚੰਡੀਗੜ੍ਹ ਦੇ ਹਵਾਲੇ ਨਾਲ ਜੇ ਦੇਖਣਾ ਹੋਏ, ਹੁਣ ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਅਮਿਤ ਸ਼ਾਹ ਦੇ ਨਾਲ ਜਿਹੜੀ ਵੀ ਇਹਨਾਂ ਦੀ ਕੋਈ ਮੀਟਿੰਗ ਹੁੰਦੀ ਹੈ ਚੀਫ ਮਿਨਿਸਟਰੀਅਲ ਜਾਂ ਕਿਸ ਕੰਟੈਕਸਟ ਦੀ ਸੀ, ਉਹਦੇ 'ਚ ਉਹਨੇ ਕਿਹਾ ਜੀ ਦੇਖੋ ਅਗਲੇ ਕਿਉਂਕਿ 2030 ਕਿ ਕਦੋਂ ਤੱਕ ਦੁਬਾਰਾ ਜਦੋਂ ਰੀਡਿਸਟ੍ਰਿਕਟਿੰਗ ਹੋਣੀ ਹੈ, ਸਾਡੀਆਂ ਸੀਟਾਂ ਅਸੈਂਬਲੀ ਦੀਆਂ 90 ਤੋਂ ਵੱਧ ਕੇ 120 ਕੇ 25 ਹੋ ਜਾਣੀਆਂ, ਆਬਾਦੀ ਵੱਧ ਰਹੀ ਹੈ,
ਔਰ ਸੀਟਾਂ ਸਾਡੀਆਂ ਵਧਣੀਆਂ ਨੇ, ਔਰ ਇਸ ਲਈ ਸਾਡੀ ਅਸੈਂਬਲੀ ਬਿਲਡਿੰਗ ਤਾਂ ਹੁਣੀ ਛੋਟੀ ਹੈ, 90 ਨੂੰ ਅਕਮੋਡੇਟ ਨਹੀਂ ਕਰਦੀ, ਤੇ ਸਾਨੂੰ ਜਿਹੜੀ ਆ ਹੋਰ ਥਾਂ ਦਿਓ ਜਿਹਦੇ ਥੱਲੇ ਕਿ ਅਸੀਂ ਜਿਹੜਾ ਉਸ ਨੂੰ ਐਕਸਟੈਂਡ ਕਰ ਸਕੀਏ, ਇਮਾਰਤ ਬਣਾ ਸਕੀਏ। ਔਰ ਅਮਿਤ ਸ਼ਾਹ ਨੇ ਕਿਹਾ ਜੀ ਠੀਕ ਹੈ, ਗ੍ਰਾਂਟਡ, ਤੁਹਾਨੂੰ ਅਸੀਂ ਇਹ ਦਿਆਂਗੇ। ਹੁਣ ਪਹਿਲੀ ਗੱਲ ਇਸ 'ਚ ਜਿਹੜਾ ਕਾਮਨ ਬੰਦਾ ਵੀ ਪੰਜਾਬ ਦੀ ਸਿਆਸਤ ਨੂੰ ਜਾਂ ਪਿਛਲੇ 1966 ਤੋਂ ਬਾਅਦ ਜਿਹੜੇ ਇਸ਼ੂ, ਜਿਹੜੇ ਧਰਮਯੁੱਧ ਮੋਰਚੇ ਤੱਕ, ਜਾਂ ਜਿਹੜੀ ਕੰਸਿਸਟੈਂਟ ਡਿਮਾਂਡ ਰਹੀ ਕਿ ਭਾਈ ਚੰਡੀਗੜ੍ਹ ਬਣਿਆ ਪੰਜਾਬ ਲਈ ਸੀ, ਤੁਸੀਂ ਹਰਿਆਣੇ ਨੂੰ ਵੱਖਰੀ ਰਾਜਧਾਨੀ ਲਈ ਪੈਸੇ ਦੇ ਦਿਓ, ਕੋਈ ਹੋਰ ਜਿਹੜਾ ਕੰਪਨਸੇਸ਼ਨ ਦੇ ਦਿਓ, ਲੇਕਿਨ ਚੰਡੀਗੜ੍ਹ ਤਾਂ ਪੰਜਾਬ ਦਾ ਹੈ, ਬਣਿਆ ਹੀ। ਔਰ ਜਦੋਂ ਬਣਿਆ ਵੀ ਹੈ, ਪੰਜਾਬ ਦੇ ਪਿੰਡ ਜਿਹੜੇ ਅੰਬਾਲਾ ਜ਼ਿਲ੍ਹਾ ਸੀ ਉਦੋਂ, ਰੋਪੜ ਉਸ ਦੀ ਤਹਿਸੀਲ ਸੀ, ਉਸ ਅੰਬਾਲਾ ਜ਼ਿਲ੍ਹੇ ਦੇ ਜਿਹੜੇ ਪਿੰਡ ਸੀ ਪੰਜਾਬੀ ਸਿੱਖਾਂ ਦੇ ਪਿੰਡ, ਉਜਾੜ ਕੇ ਬਣਿਆ। ਹੁਣ ਇਹਦੇ ਤੇ ਬਜਾਏ ਇਸ ਦੇ ਕਿ ਵੀ ਅਮਿਤ ਸ਼ਾਹ ਕੌਣ, ਔਰ ਦੂਸਰਾ ਰੀਜ਼ਨ ਕਿ ਲੀ ਕਾਰਬੇਜ਼ੀਅਰ ਜਿਹਨੇ ਕਿ ਚੰਡੀਗੜ੍ਹ ਬਣਾਇਆ, ਉਸ ਨੇ ਉਹਦੇ 'ਚ ਕੋਈ ਵੀ ਜਿਹੜੀ ਉੱਥੇ ਕੋਈ ਕੰਸਟਰਕਸ਼ਨ ਹੈ, ਜੋ ਕੋਈ ਬੁੱਤ ਤੱਕ ਵੀ ਲੱਗਣਾ। ਔਰ ਬਹੁਤਿਆਂ ਨੂੰ ਯਾਦ ਹੋਏਗਾ ਵੀ ਜਦੋਂ ਇਹਨੇ ਐਲਾਨ ਕੀਤਾ, ਇਹਨੇ ਭਗਵੰਤ ਮਾਨ ਨੇ ਬਣਦੇ ਆਏ ਕਿ ਜੀ ਅਸੀਂ ਫਲਾਂ ਬੁੱਤ, ਤੇ ਨਾਲ ਦੀ ਨਾਲ ਉਹਨਾਂ ਦਾ ਆ ਗਿਆ ਕਿ ਬਈ ਉੱਥੇ ਤਾਂ ਇੱਕ ਤੁਸੀਂ ਖੰਭਾ ਨਹੀਂ ਗੱਡ ਸਕਦੇ ਚੰਡੀਗੜ੍ਹ ਦੇ ਵਿੱਚ ਬਿਨਾਂ, ਕਿਉਂਕਿ ਉਹ ਇੱਕ ਉਹਦੇ ਸ਼ਹਿਰ ਦੇ ਤੌਰ ਦੇ ਉੱਤੇ ਉਹਦੀ ਕੋਈ ਪਰਮਿਸ਼ਨ ਨਹੀਂ ਹੈ। ਹੁਣ ਇੱਕ ਪਾਸੇ ਤਾਂ ਉਹਨੂੰ ਫਲਾਉਟ, ਪਰ ਉਹਦੇ ਨਾਲੋਂ ਵੀ ਜ਼ਿਆਦਾ ਸਾਡਾ ਇਹ ਹੈ ਕਿ ਭਾਈ ਚੰਡੀਗੜ੍ਹ ਦੇ ਉੱਤੇ ਕਲੇਮ ਪੰਜਾਬ ਦਾ ਹੈ। ਜਦੋਂ ਜਿੰਨੇ ਇੰਦਰਾ ਗਾਂਧੀ ਦਾ ਅਵਾਰਡ, ਰਾਜੀਵ ਲੌਂਗੋਵਾਲ ਅਵਾਰਡ, ਦੂਜੇ ਤੀਜੇ ਦੇ ਥੱਲੇ ਚੰਡੀਗੜ੍ਹ ਪੰਜਾਬ ਨੂੰ ਹੈ। ਹੁਣ ਭਗਵੰਤ ਮਾਨ ਇਸ ਤੋਂ ਬਾਅਦ ਮੰਗ ਕਰਦਾ ਅਮਿਤ ਸ਼ਾਹ ਨੂੰ ਕਿ ਜੀ ਜੇ ਹਰਿਆਣੇ ਨੂੰ ਦਿੱਤਾ ਜਾਏਗਾ ਤਾਂ ਸਾਨੂੰ ਵੀ ਦਿੱਤਾ ਜਾਏ ਪੰਜਾਬ ਵਿਧਾਨ ਸਭਾ ਦੇ ਲਈ। ਇਹਦਾ ਮਤਲਬ ਇਹ ਹੈ ਵੀ ਆਲਰੇਡੀ ਤੁਸੀਂ ਚੰਡੀਗੜ੍ਹ ਦਾ ਕਲੇਮ ਜਿਹੜਾ ਉਹ ਸਰੈਂਡਰ ਕਰ ਦਿੱਤਾ ਹੈ ਕਿ ਚੰਡੀਗੜ੍ਹ ਦਾ ਮਾਲਕ ਸੈਂਟਰ ਹੈ, ਸੈਂਟਰ ਉੱਥੇ ਦੇਗਾ, ਸੈਂਟਰ ਤੁਹਾਨੂੰ ਦੇਗਾ। ਸੋ ਇਸ ਤੋਂ ਵੱਧ ਕੇ ਹੋਰ, ਔਰ ਇਹ ਬਹੁਤ ਵੱਡੀ ਗੱਲ ਹੈ, ਇਹ ਚੰਡੀਗੜ੍ਹ ਦੇ ਉੱਤੇ ਆਪਣਾ ਕਲੇਮ ਛੱਡਣ ਵਾਲੀ ਗੱਲ ਹੈ। ਤੁਸੀਂ ਮੰਨ ਲਿਆ ਕਿ ਜੀ ਉਹ ਜਿਹੜਾ ਸੈਂਟਰ ਡਿਸਾਈਡ ਕਰੇਗੀ ਵੀ ਉਹਨੇ ਕਿਹਨੂੰ ਕੀ ਦੇਣਾ। ਇਹ ਵੀ ਖਬਰ ਇਹ ਮੱਤੇਵਾੜਾ ਦੇ ਥੱਲੇ ਲੁਕ ਗਈ। ਦੂਸਰਾ ਜਿਹਨੂੰ ਜਿਹੜਾ ਪੰਜਾਬ ਅਪਾਇੰਟਸ ਆਮ ਆਦਮੀ ਪਾਰਟੀ MP ਰਾਘਵ ਚੱਡਾ ਐਜ਼ ਚੇਅਰਮੈਨ ਆਫ ਐਡਵਾਈਜ਼ਰੀ ਪੈਨਲ, ਆਪੋਜੀਸ਼ਨ ਕਾਲਸ ਹਿਮ ਡੀ ਫੈਕਟੋ CM। ਹੁਣ ਰਾਘਵ ਚੱਡਾ ਕੌਣ ਹੈ? ਅਰਵਿੰਦ ਕੇਜਰੀਵਾਲ ਦਾ ਰਾਈਟ ਹੈਂਡ ਮੈਨ, ਦਿੱਲੀ 'ਚ ਬੈਠਾ ਹੈ, ਉੱਥੋਂ ਹੀ ਉਹਨੂੰ ਜਿਹੜਾ ਉਹ ਭੇਜਿਆ ਗਿਆ ਰਾਜ ਸਭਾ 'ਚ MP ਬਣਾਇਆ ਗਿਆ। ਹੁਣ ਪੰਜਾਬ ਗੌਰਮੈਂਟ ਜਿਹੜਾ ਹੈ ਉਹ ਕਹਿੰਦੀ ਹੈ ਜੀ ਅਸੀਂ ਇੱਕ ਐਡਵਾਈਜ਼ਰੀ ਪੈਨਲ ਬਣਾ ਰਹੇ, ਔਰ ਰਾਘਵ ਚੱਡਾ ਜਿਹੜਾ ਹੈ ਉਹ ਉਸ ਐਡਵਾਈਜ਼ਰੀ ਪੈਨਲ ਦਾ ਚੀਫ। ਮਤਲਬ ਇਹ ਹੈ ਕਿ ਆਲਰੇਡੀ ਕਿਉਂਕਿ ਰੌਲਾ ਪੈ ਰਿਹਾ ਸੀ, ਇੱਕ ਮੀਡੀਆ ਮੈਨ, PR ਮੈਨ ਇਹਨਾਂ ਨੇ ਬਣਾਇਆ ਬੈਕਡੋਰ ਤੋਂ, ਉਹਦਾ ਬੰਦਾ ਸੀ ਰਾਘਵ ਚੱਡੇ ਦਾ। ਉਹਨਾਂ ਕਿਹਾ ਵੀ ਇਹ ਗੱਲ ਹੀ ਮੁਕਾ ਦਿਓ, ਹੁਣ ਤੁਸੀਂ ਕਹੋ ਜੀ ਪੰਜਾਬ ਨੂੰ ਜਿਹੜਾ ਉਹ ਚਲਾਏਗਾ ਐਡਵਾਈਜ਼ਰੀ ਪੈਨਲ, ਔਰ ਰਾਘਵ ਚੱਡਾ, ਕਿਉਂਕਿ ਅਸੀਂ ਪਬਲਿਕਲੀ ਡਿਕਲੇਅਰ ਕੀਤਾ ਕਿ ਰਾਘਵ ਚੱਡਾ ਜਿਹੜਾ ਉਹ ਚੇਅਰਮੈਨ ਹੋਏਗਾ। ਔਰ ਜਿਹੜੀ ਹਕੂਮਤ ਹੈ ਉਹ ਅਰਵਿੰਦ ਕੇਜਰੀਵਾਲ ਇਹਦੇ ਤੇ ਤਾਂ ਟਰਸਟ ਵੀ ਨਹੀਂ ਕਰਦਾ ਭਗਵੰਤ ਮਾਨ ਤੇ। ਹੁਣ ਤਾਂ ਹੈ ਕਿ ਵੀ ਇਹਦੇ ਵਿਚਲਾ ਪਤਾ ਨਹੀਂ ਕਦੋਂ ਸਿੱਖ ਜਾਗ ਪਏ ਜਾਂ ਕਦੋਂ ਇਹਨੇ ਜਿਹੜਾ ਕੋਈ ਹੋਰ ਹਾਲਾਂ ਜਿਵੇਂ ਤਰਲੇ ਮਿੰਨਤਾਂ ਕਰਕੇ ਚੀਫ ਮਿਨਿਸਟਰ ਬਣਿਆ, ਇੱਦਾਂ ਦੇ ਜਾਗਦੀ ਨਹੀਂ ਹੁੰਦੀ ਇਹਨਾਂ ਦੀ ਗੈਰਤ। ਪਰ ਇਹਦੇ ਬਾਵਜੂਦ ਕਿ ਇਹ ਪੂਰਾ ਨੱਕ ਰਗੜਦਾ, ਜਿਹਨੂੰ ਉਹ ਇੱਕ ਮੱਥਾ ਟੇਕਣ ਦਾ ਤਰੀਕਾ ਹੁੰਦਾ, ਜਿਹਨੂੰ ਇਹ ਬ੍ਰਾਹਮਣਾਂ ਨੇ ਕਿਹਾ ਹੋਇਆ ਕਿ ਵੀ ਕੀ ਉਹਦੇ ਲਈ ਲਫ਼ਜ਼ ਹੁੰਦਾ ਜਿਹੜਾ ਇੱਕ ਹੁੰਦਾ ਅਸ਼ਟਾਂਗ ਪ੍ਰਣਾਮ, ਹਾਂ, ਇੱਕ ਹੁੰਦਾ ਡੰਡਵਤ ਪ੍ਰਣਾਮ। ਡੰਡਵਤ ਜਿਵੇਂ ਡੰਡਾ ਲੰਮਾ ਪੈ ਜਾਂਦਾ ਹੈ ਉਵੇਂ, ਤੇ ਇੱਕ ਅਸ਼ਟਾਂਗ ਪ੍ਰਣਾਮ ਹੁੰਦਾ ਜਿਹਦੇ ਨਾਲ 8 ਅੰਗ ਜਿਹੜੇ ਨੇ ਜ਼ਮੀਨ ਤੇ, 2 ਗੋਡੇ, 2 ਪੈਰ, 2 ਹੱਥ, ਨੱਕ ਤੇ ਮੱਥਾ, ਉਹਨੂੰ ਅਸ਼ਟਾਂਗ ਪ੍ਰਣਾਮ ਕਹਿੰਦੇ ਨੇ। ਲੇਕਿਨ ਇੱਕ ਉਹਨਾਂ ਦਾ ਦੰਡਵਤ ਪ੍ਰਣਾਮ। ਸੋ ਇਹ ਜਦੋਂ ਇਹ ਭਗਵੰਤ ਮਾਨ ਟੇਕਦਾ ਮੱਥਾ, ਉਹ ਅਸ਼ਟਾਂਗ ਨਹੀਂ ਹੁੰਦਾ, ਉਹ ਦੰਡਵਤ ਹੁੰਦਾ, ਡੰਡੇ ਦੀ ਤਰ੍ਹਾਂ ਲੰਮਾ ਪੈ ਜਾਂਦਾ ਉਹਦੇ ਸਾਹਮਣੇ। ਲੇਕਿਨ ਇਹਦੇ ਬਾਵਜੂਦ ਇਹ ਸੁਪਰ ਚੀਫ ਮਿਨਿਸਟਰ ਨੇ ਆ ਕੇ ਬਿਠਾਇਆ। ਪਰ ਕਿਉਂਕਿ ਹੁਣ ਮੱਤੇਵਾੜਾ ਜਿੱਤ ਗਿਆ ਜੀ, ਜਿੱਤ ਗਏ, ਹੁਣ ਇਸ ਵੇਲੇ ਇਹ ਵੇਵ ਹੈ, ਇਸ ਲਈ ਇਹ ਸਾਰੀਆਂ ਜਿਹੜਾ ਇਸ ਦਾ ਕੋਈ ਬਹੁਤਾ ਹੋਇਆ ਥੋੜਾ ਬਹੁਤ ਰਿਐਕਸ਼ਨ। ਪਰ ਇਸ ਤੋਂ ਅੰਦਾਜ਼ਾ ਲਾਓ ਵੀ ਚੱਲ ਇਹੀ ਰਿਹਾ ਕਿ ਇੱਕ ਦਰਦ ਦੀ ਥਾਂ ਦੂਜਾ ਮਿਲੇਗਾ। ਤੁਸੀਂ ਉਹਦਾ ਫਿਕਰ ਕਰੋਗੇ, ਉਦੋਂ ਤੱਕ ਕੋਈ ਨਵਾਂ ਦਰਦ ਦੇਣ ਦੀ ਉਹਨਾਂ ਨੇ ਤਿਆਰੀ ਕੀਤੀ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।